ਆਪਣੀ ਬੁੱਕਲ ਵਿੱਚ ਕਾਫੀ ਪੁਰਾਣਾ ਪਟਿਆਲੇ ਜ਼ਿਲ੍ਹੇ ਦੇ ਸਭ ਤੋਂ ਪੁਰਾਣਾ ਅਤੇ ਵੱਡਾ ਇਤਿਹਾਸ ਪਟਿਆਲੇ ਤੋਂ ਵੀ ਕਈ ਸਦੀਆਂ ਪੁਰਾਣਾ ਹੈ। ਰਾਜਾ ਵਿਕਰਮਾਦਿੱਤਿਆ ਦੇ ਰਾਜ ਸਮੇਂ ਸਨੌਰ ਦਾ ਪਹਿਲਾ ਪੁਰਾਣਾ ਨਾਂ ਸੋਨਾਪਤ ਨਗਰੀ ਸੀ, ਕਿਉਂਕਿ ਇੱਥੇ ਉੱਪਰਲੇ ਸਰਾਫਾ ਬਾਜ਼ਾਰ ਵਿੱਚ ਪਹਿਲਾਂ ਸੋਨਾ ਚਾਂਦੀ ਜੋ 5 ਪਿੰਡ ਲੈਣ ਬਦਲੇ ਸਮਝੌਤੇ ਦੀ ਗੱਲ ਚਲਾਈ ਸੀ, ਉਹਨਾਂ ਵਿੱਚੋਂ ਇੱਕ ਪਿੰਡ ਇਹ ਸੋਨਾਪਤ ਨਗਰੀ ਵੀ ਸੀ। ਆਪਣੇ ਬਜ਼ੁਰਗ ਮਾਤਾ ਪਿਤਾ ਸਮੇਤ ਅਗਲੀ ਮੰਜ਼ਿਲ ਤੇ ਜਾਂਦੇ ਹੋਏ ਮੌਜੂਦ ਗੁੱਗਾ ਮਾੜੀ ਮੰਦਿਰ ਸਨੌਰ ਵਿਖੇ ਕੁਝ ਸਮੇਂ ਲਈ ਰੁਕੇ ਸੀ। ਤੀਆਂ ਭਰਨ ਕਰਕੇ ਇਸ ਚੌਂਕ ਦਾ ਨਾਂ ਤੀਆਂ ਵਾਲਾ ਚੌਂਕ ਪੈ ਗਿਆ ਸੀ, ਜੋ ਹੁਣ ਵੀ ਹੈ। ਸਨੌਰ ਦੀਆਂ ਕੁਝ ਪੁਰਾਣੀਆਂ ਫੋਟੋਆਂ ਬਹੁਤ ਮੁਸ਼ਕਿਲ ਨਾਲ ਪ੍ਰਾਪਤ ਕੀਤੀਆਂ ਗਈਆਂ। ਜੋ ਤੁਸੀਂ ਵੇਖ ਰਹੇ ਹੋ ਬਹੁਤ ਹੀ ਪੁਰਾਣੀ ਅਸਲ ਫੋਟੋ ਬਲੈਕ ਐਂਡ ਵਾਈਟ ਵਿੱਚ ਰੰਗ ਭਰੇ ਹੋਏ ਹਨ। ਇਹ ਫੋਟੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਮੌਕੇ ਅੱਜ ਤੋਂ 100 ਸਾਲ ਦੇ ਕਰੀਬ ਪਹਿਲਾਂ ਕੀਤੀ ਗਈ ਸੀ। ਹੁਸ਼ਿਆਰ ਅਤੇ ਤੇਜ਼ ਦਿਮਾਗ ਦੇ ਹੋਣ ਕਰਕੇ 100 ਲਾਹੌਰੀ ਇੱਕ ਸਨੌਰੀ ਕਹਾਵਤ ਤੰਬੂਆਂ, ਖੋਖਰਾਂ, ਬਲੋਚਾਂ, ਕਾਜੀਆਂ, ਕਸਾਬੀਆਂ ਤੇ ਗਲੀ ਦਰਜੀਆਂ ਵਾਲੀ 1881 ਸਮੇਂ 1928 ਅਤੇ 1901 ਸਮੇਂ 8580 ਅਤੇ 1947 ਸਮੇਂ ਨਗਰ ਕੀਰਤਨ ਦੇ ਵਿੱਚ 10,000 ਇੱਕ ਸਿੰਘ ਮਹਾਰਾਜ ਜੀ ਦਾ ਘੋੜਾ ਬਣ ਕੇ ਪ੍ਰਭਾਤ ਫੇਰੀ ਵਾਂਗ ਨਗਰ ਕੀਰਤਨ ਨਿਕਲਦਾ ਹੁੰਦਾ ਸੀ। ਫਿਰ ਇਸ ਦੀ ਸ਼ੋਭਾ ਵਧਾਉਣ ਲਈ ਮਹਾਰਾਜ ਜੀ ਨੂੰ ਕਈ ਵਾਰ ਬੱਗੀ, ਫਿਰ ਹਾਥੀ ਤੇ 1947 ਸਮੇਂ ਤੱਕ ਸਵਾਰੀ ਕਰਵਾਈ ਜਾਂਦੀ ਰਹੀ। ਅੱਜ ਹਵਾਵਾਂ ਵਗ ਰਹੀਆਂ ਨੇ ਹੌਕਿਆਂ ਗੁੰਨੀਆਂ, ਰਾਹਾਂ ਦੇ ਵਿੱਚ ਰੁਲ ਗਈਆਂ ਪੱਗਾਂ ਤੇ ਚੁੰਨੀਆਂ। ਨਫ਼ਰਤ ਦੀ ਅੱਗ ਬਲਦੀ ਵਿੱਚ ਉਹ ਪਿਆਰ ਗੁਆਚੇ, ਆਪਣਿਆਂ ਹੱਥੋਂ ਉਜੜ ਗਏ ਘਰ-ਬਾਰ ਗੁਆਚੇ, ਆਪਣਿਆਂ ਹੱਥੋਂ ਉਜੜ ਗਏ ਘਰ-ਬਾਰ ਗੁਆਚੇ। 1947 ਤੋਂ ਪਹਿਲਾਂ ਸਨੌਰ ਪਿੰਡ ਵਿੱਚ ਮੁਸਲਮਾਨ ਬਹੁਤ ਗਿਣਤੀ ਵਿੱਚ ਰਹਿੰਦੇ ਸੀ। ਉਹਨਾਂ ਦਾ ਪਿੰਡ ਤੇ ਕਾਫੀ ਹੋਲਡ ਸੀ, ਪਰ ਫਿਰ ਵੀ ਸਨੌਰ ਪਿੰਡ ਵਿੱਚ ਹਿਜਰਤ ਦੀ ਪ੍ਰਕਿਰਿਆ ਬਿਨਾਂ ਕੋਈ ਵੱਡਾ ਨੁਕਸਾਨ ਹੋਏ ਪੂਰੀ ਹੋ ਗਈ ਸੀ। ਪਰ ਬਾਹਰਲੇ ਆਲੇ ਦੁਆਲੇ ਪਿੰਡਾਂ ਦੇ ਕਈ ਹੋਰ ਮੁਸਲਮਾਨ ਲੋਕ ਆਪਣੇ ਬਚਾਓ ਲਈ ਸਨੌਰ ਆਉਣੇ ਸ਼ੁਰੂ ਹੋ ਗਏ ਸੀ। ਸੋ ਅਖੀਰਲੇ ਸਮੇਂ ਦੌਰਾਨ ਸਨੌਰ ਵਿੱਚ ਕਈ ਦਿਨ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਸਨੌਰ ਤੋਂ ਜਾਣ ਵਾਲੀ ਆਖਰੀ ਰਾਤ ਤੋਂ ਪਹਿਲੇ ਦਿਨ ਕਈ ਥਾਵਾਂ ਤੇ ਸਮੇਂ-ਸਮੇਂ ਤੇ ਹੁੰਦੀ ਗੋਲੀ ਚੱਲਣ ਕਾਰਨ ਦੀਆਂ ਘਟਨਾਵਾਂ ਹੋ ਜਾਣ ਕਾਰਨ ਇਹ ਤਣਾਅ ਅਤੇ ਦਹਿਸ਼ਤ ਪੂਰੀ ਤਰ੍ਹਾਂ ਵੱਧ ਗਿਆ ਸੀ। ਸਨੌਰ ਵਿੱਚ ਅਗਲੇ ਦਿਨ ਕਰਫਿਊ ਲੱਗਣ ਤੇ ਫੌਜ ਆਉਣ ਦੇ ਡਰੋਂ ਕੋਈ ਨਾ ਚਾਹੁੰਦੇ ਹੋਏ ਵੀ ਮੁਸਲਮਾਨ 3 ਵੱਖ-ਵੱਖ ਗਰੁੱਪਾਂ ਦੇ ਰੂਪ ਵਿੱਚ ਰਾਤੋਂ ਰਾਤ ਸਨੌਰ ਤੋਂ 22 ਭਾਦੋਂ 1947 ਦੀ ਰਾਤ ਨੂੰ ਹਮੇਸ਼ਾ ਦੇ ਲਈ ਭਰੇ ਮਨ ਨਾਲ ਇਹ ਸਨੌਰੀ ਮੁਸਲਮਾਨ ਸਨੌਰ ਤੋਂ ਬਹੁਤ ਦੂਰ ਚਲੇ ਗਏ। ਸਨੌਰ ਦੇ ਮੁਸਲਮਾਨ 3 ਕਾਫਲੇ ਬਣਾ ਕੇ ਸਨੌਰ ਤੋਂ ਗਏ ਸੀ। ਇੱਕ ਕਾਫਲਾ ਕਿਲ੍ਹਾ ਬਹਾਦਰਗੜ੍ਹ ਵੱਲ ਤੇ ਇੱਕ ਕਾਫਲਾ ਸਮਾਣਾ ਸਾਈਡ ਵੱਲ ਗਿਆ ਸੀ। ਬਾਬਾ ਫਜ਼ਲ ਹੱਕ ਖਾਂ ਸਨੌਰੀ ਉਮਰ 81 ਸਾਲ ਸੜਕਪੁਰ ਸ਼ਰੀਫ ਦੇ ਕਹਿਣ ਅਨੁਸਾਰ ਦੇਵੀਗੜ੍ਹ ਪੁਲ ਤੇ ਸਿੱਖਾਂ ਦੇ ਜਥੇ ਦੁਆਰਾ ਸਨੌਰ ਤੋਂ ਚੱਲੇ ਕਾਫਲੇ ਤੇ ਵੱਡੇ ਤੜਕੇ ਹੋਏ ਹਮਲੇ ਦੌਰਾਨ 2 ਮੁਸਲਮਾਨ ਗੋਲੀ ਨਾਲ ਮਾਰੇ ਜਾਣ ਕਰਕੇ ਚਾਰੇ ਪਾਸੇ ਡਰ ਭੈ ਸਲਾਟਾ ਛਾ ਗਿਆ। ਮਾਹੌਲ ਗਮਗੀਨ ਹੋ ਗਿਆ, ਪਰੰਤੂ ਮਸਿੰਘਨ ਪਿੰਡ ਦੇ ਕੁਝ ਅਸਲਾਧਾਰੀ ਮੁਸਲਮਾਨਾਂ ਦੇ ਮੌਕੇ 'ਤੇ ਪਹੁੰਚ ਜਾਣ ਕਰਕੇ ਉਹਨਾਂ ਦੀ ਹਿਫਾਜ਼ਤ ਵਿੱਚ ਇਹ ਕਾਫਲਾ ਮਸਿੰਘਨ ਪਿੰਡ 2 ਦਿਨ ਰਿਹਾ। ਇਸ ਪਿੰਡ ਵਿੱਚ ਮੁਸਲਮਾਨਾਂ ਦਾ ਕਾਫੀ ਹੋਲਡ ਸੀ, ਸੋ ਸਨੌਰੀ ਇੱਥੇ ਆਪਣੇ ਆਪ ਨੂੰ ਸੇਫ ਸਮਝਣ ਲੱਗੇ। ਫਿਰ ਇਸ ਕਾਫਲੇ ਨੇ ਸ਼ਾਹਬਾਦ ਮਾਰਕੰਡਾ ਨੇੜੇ ਡਾਂਗਰੀ ਬਰਸਾਤੀ ਨਾਲਾ ਵਧੇਰੇ ਪਾਣੀ ਹੋਣ ਕਰਕੇ ਬੜੀ ਮੁਸ਼ਕਲ ਨਾਲ ਲੋਕਲ ਲੋਕਾਂ ਦੀ ਮਦਦ ਦੁਆਰਾ ਪਾਰ ਕਰਕੇ 2 ਮਹੀਨੇ ਦੇ ਕਰੀਬ ਸ਼ਾਹਬਾਦ ਮਾਰਕੰਡਾ ਮੁਸਲਮਾਨਾਂ ਦੇ ਘਰਾਂ ਵਿੱਚ ਰਹਿ ਕੇ ਬਕਰੀਦ ਮਨਾਉਣ ਉਪਰੰਤ ਔਖਾ ਸਮਾਂ ਕੱਟਦੇ ਹੋਏ
ਇਹ ਕਾਫਲਾ ਫੌਜੀ ਟਰੱਕਾਂ ਵਿੱਚ ਬੈਠ ਕੇ ਪਾਕਿਸਤਾਨ ਚਲਾ ਗਿਆ। ਜੰਦਰਿਆਂ ਵਾਲੇ ਪੀਰ ਦਰਬਾਰ ਦੇ ਹੱਲਿਆਂ ਸਮੇਂ ਸੇਵਾਦਾਰ ਬਾਬਾ ਹਜ਼ਰਤ ਸ਼ਾਹ ਬਲੈਤ ਜੀ ਦੇ ਪਰਿਵਾਰ ਨਾਲ ਸੰਬੰਧਿਤ ਅਬਦੁਲ ਸ਼ਕੂਰ ਪੁੱਤਰ ਮੁਹੰਮਦ ਯਾਕੂਬ ਉਮਰ 76 ਸਾਲ ਜੋ ਸਨੌਰ ਟਿੱਬੀ ਸਾਹਿਬ ਗੁਰਦੁਆਰੇ ਦੇ ਪਿੱਛੇ ਮਜ਼ਾਰ ਦੇ ਨੇੜੇ ਰਹਿੰਦੇ ਸੀ ਦੇ ਕਹਿਣ ਅਨੁਸਾਰ 22 ਭਾਦੋਂ ਰਾਤ ਨੂੰ ਸਨੌਰ ਸਦਾ ਲਈ ਛੱਡਣ ਤੋਂ ਪਹਿਲਾਂ ਦਿਨ ਸਮੇਂ ਮੁਸਲਮਾਨਾਂ ਹੱਥੋਂ 2 ਕਤਲ ਹੋ ਜਾਣ ਕਰਕੇ ਤੇ ਸਨੌਰ ਵਿੱਚ ਫੌਜ ਆਉਣ ਦੇ ਡਰੋਂ ਉਹ ਰਾਤ ਨੂੰ ਜਕਾਰੇ ਛੱਡਣ ਦਾ ਭੁਲੇਖਾ ਪਾ ਕੇ ਔਖਾ ਲੰਬਾ ਪੈਂਡਾ ਤੈਅ ਕਰਦੇ ਹੋਏ ਰੱਤਾ ਖੇੜਾ ਨੇੜੇ ਸਮਾਣਾ ਸਾਈਡ ਤੋਂ ਘੱਗਰ ਦਰਿਆ ਬੜੀ ਮੁਸ਼ਕਲ ਨਾਲ ਪਾਰ ਕਰਕੇ ਕੈਥਲ ਪਹੁੰਚੇ। 21 ਦਿਨ ਕੈਂਪ 'ਚ ਰਹੇ, ਫਿਰ ਉੱਥੋਂ ਟ੍ਰੇਨ ਰਾਹੀਂ ਪਾਕਿਸਤਾਨ ਗਏ ਸੀ। याद सनौर दी आई हंजू डुल गए ने मेरे, याद सनौर दी आई हंजू डुल गए ने मेरे। आया सोचान केरा होके चार छुपेरे, आया सोचान केरा होके चार छुपेरे। हायो बिच परदेसा साडी रुल गई जवानी साडा छड्ड दीन केड़ा याद सनौर दी पुरानी, साडा छड्ड दीन केड़ा याद सनौर दी पुरानी। ਜੋ ਅੱਜ ਕੱਲ ਜ਼ਿਆਦਾ ਰਾਈ ਮੁਸਲਮਾਨ ਗੱਖੜ ਮੰਡੀ ਗੁਜਰਾਂਵਾਲਾ ਅਤੇ ਜ਼ਿਆਦਾ ਪਠਾਨ ਮੁਸਲਮਾਨ ਸੜਕਪੁਰ ਸ਼ਰੀਫ ਨੇੜੇ ਲਾਹੌਰ ਵਿਖੇ ਠਹਿਰ ਗਏ। ਇਸ ਤੋਂ ਇਲਾਵਾ ਇੱਧਰ ਵਾਲੇ ਸਨੌਰੀਆਂ ਵਾਂਗ ਉਹ ਉਧਰ ਸਾਰੇ ਲਹਿੰਦੇ ਪੰਜਾਬ ਵਿੱਚ ਫੈਲੇ ਹੋਏ ਸਨ। ਸਨ 1947 ਵਿੱਚ ਹਿਜਰਤ ਦੌਰਾਨ ਹਜ਼ਾਰਾਂ ਮੁਸਲਮਾਨਾਂ ਨੇ ਸਨੌਰ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਇੱਧਰ ਹਜ਼ਾਰਾਂ ਹਿੰਦੂ ਸਿੱਖ ਰਿਫਿਊਜੀ ਭਰਾਵਾਂ ਨੂੰ ਦੇਸ਼ ਦੀ ਵੰਡ ਕਾਰਨ ਆਉਣਾ ਪਿਆ ਸੀ। ਇਹਨਾਂ ਲੋਕਾਂ ਨੇ ਹਿਜਰਤ ਦਾ ਇਹ ਸਫ਼ਰ ਰੇਲਾਂ ਗੱਡਿਆਂ ਅਤੇ ਅਮੀਰ ਲੋਕਾਂ ਨੇ ਘੋੜਿਆਂ ਤੇ ਸਫ਼ਰ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਸ ਹਿਜਰਤ ਦੌਰਾਨ ਦੋਵੇਂ ਪਾਸੇ ਦੇ ਕੁੱਲ 10 ਲੱਖ ਪੰਜਾਬੀ ਭਰਾ ਮਾਰੇ ਗਏ ਸੀ। ਇਸੇ ਹਿਜਰਤ ਦੌਰਾਨ ਦੋਵੇਂ ਪਾਸੇ ਬਹੁਤ ਨੁਕਸਾਨ ਹੋਇਆ ਸੀ। ਇਹ ਬਹੁਤ ਦੁਖਦਾਈ ਸਮਾਂ ਸੀ ਜਿਸ ਦਾ ਸ਼ਿਕਾਰ ਹੋਏ ਲੋਕ ਕਈ ਸਾਲ ਇਸ ਬਹੁਤ ਬੁਰੇ ਸਮੇਂ ਨੂੰ ਯਾਦ ਕਰ ਕਰ ਰੋਂਦੇ ਰਹੇ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨੀ। ਪੈਰਾਂ ਦੀਆਂ ਇਹਨਾਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ
ਲਾ ਦੇਵਾਂ ਸਿਰ ਵਾਲਾ ਪਾਰ ਨੀ, ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਸਨੌਰ ਕਈ ਰਿਫਿਊਜੀ ਜੱਟ ਭਰਾਵਾਂ ਨੂੰ ਮੁਸਲਮਾਨਾਂ ਦੇ ਛੱਡੇ ਚੰਗੇ ਘਰ ਜੋ ਤੁਸੀਂ ਦੇਖ ਰਹੇ ਹੋ ਮਿਲ ਗਏ ਸੀ, ਪਰ ਕਿਸਮਤ ਦੇ ਮਾਰੇ ਕਈ ਰਿਫਿਊਜੀ ਭਰਾਵਾਂ ਦੇ ਹਿੱਸੇ ਦਿਖਾਏ ਜਾ ਰਹੇ ਅਜਿਹੇ ਮਾੜੇ ਘਰ ਅਲਾਟ ਹੋਏ ਸੀ। ਬਹੁਤੇ ਰਿਫਿਊਜੀ ਲੋਕਾਂ ਨੂੰ ਮਕਾਨ, ਹਵੇਲੀਆਂ, ਜ਼ਮੀਨਾਂ ਘੱਟ ਮਿਲਣ ਦੀ ਹੋਈ ਅਲਾਟਮੈਂਟ ਤੋਂ ਉਹ ਖੁਸ਼ ਨਹੀਂ ਸੀ। ਕਈ ਸਾਲ ਉਹ ਪੁਰਾਣੇ ਦਿਨ ਯਾਦ ਕਰਕੇ ਉਹਨਾਂ ਯਾਦਾਂ ਵਿੱਚ ਖੋ ਜਾਂਦੇ ਸੀ ਅਤੇ ਆਪਣੇ ਬੱਚਿਆਂ ਨੂੰ ਪੁਰਾਣੇ ਚੰਗੇ ਪਿਛਲੇ ਸਮੇਂ ਦੀਆਂ ਵਾਰ-ਵਾਰ ਗੱਲਾਂ ਕਰਦੇ ਰਹਿੰਦੇ ਸੀ ਤੇ ਉਹ ਪਾਕਿਸਤਾਨ ਵਿੱਚ ਆਪਣਾ ਪੁਰਾਣਾ ਘਰ, ਹਵੇਲੀ ਤੇ ਜ਼ਮੀਨਾਂ ਮਰਨ ਤੋਂ ਪਹਿਲਾਂ ਦੇਖਣਾ ਚਾਹੁੰਦੇ ਹਨ। 5 ਦਰਿਆ ਸੀ ਵੰਡੇ ਗਏ, ਛਾਤੀ ਚੀਰ ਦਿੱਤੀ ਪੰਜਾਬ ਦੀ, ਮਹਿਕ ਹੀ ਕਿੱਧਰ ਗਵਾਚ ਗਈ, ਮੇਰੇ ਸੋਹਣੇ ਫੁੱਲ ਗੁਲਾਬ ਦੀ। ਹਾਏ ਪਾ ਕੇ ਰੌਲਾ ਧਰਮਾਂ ਦਾ, ਸਿਆਸਤਾਂ ਕਿੰਨੇ ਬੰਦੇ ਨਿਗਲ ਗਈਆਂ, 47 ਚੇਤੇ ਕਰਕੇ ਯਾਰੋ ਅੱਜ ਵੀ ਭੁੱਬਾਂ ਨਿਕਲਦੀਆਂ, 47 ਚੇਤੇ ਕਰਕੇ ਯਾਰੋ ਅੱਜ ਵੀ ਭੁੱਬਾਂ ਨਿਕਲਦੀਆਂ। ਪੁਸ਼ਤੈਨੀ ਜੋ ਜ਼ਮੀਨਾਂ ਸੀ ਉਹ ਵੇਖਣ ਨੂੰ ਰੂਹਾਂ ਤਰਸ ਗਈਆਂ, ਗੱਲਾਂ ਸੁਣਾ ਜਦ ਦਾਦੇ ਤੋਂ ਮੀਂਹ ਵਾਂਗੂ ਅੱਖੀਆਂ ਬਰਸਦੀਆਂ। ਅਸੀਂ ਭੁੱਖਣ ਭਾਣੇ ਭੱਜੇ ਸੀ, ਆਟਾ ਗੁੰਨਣਾ ਸੀ ਪੜਦਾਦੀ ਨੇ, ਸਭ ਭਾਂਡੇ ਟਿੰਡੇ ਉੱਥੇ ਹੀ ਰਹਿ ਗਈਆਂ ਪਰਾਂਤਾਂ ਪਿੱਤਲ ਦੀਆਂ। 47 ਚੇਤੇ ਕਰਕੇ ਯਾਰੋ ਅੱਜ ਵੀ ਭੁੱਬਾਂ ਨਿਕਲਦੀਆਂ। ਲੱਖਾਂ ਉਜੜ ਗਏ ਪਰਿਵਾਰ ਉਦੋਂ, ਪੱਲਿਆਂ ਨੂੰ ਵੀਰ ਪੈ ਗਏ ਰੋਣੇ, ਅਸੀਂ ਤਰਸੀਏ ਜਿਵੇਂ ਨਨਕਾਣੇ ਨੂੰ, ਉਹ ਅਜਮੇਰ ਲਈ ਰੋਂਦੇ ਹੋਣੇ, ਅਸੀਂ ਤਰਸੀਏ ਜਿਵੇਂ ਨਨਕਾਣੇ ਨੂੰ, ਉਹ ਅਜਮੇਰ ਲਈ ਰੋਂਦੇ ਹੋਣੇ। ਉਦੋਂ ਦੁੱਖ ਸੁੱਖ ਸਾਡੇ ਸਾਂਝੇ ਸੀ, ਇਕੱਠੇ ਬਹਿੰਦੇ ਸੀ ਸਿੰਘ ਖਾਨ ਜਦੋਂ, ਯਾਰੀ ਅਬਦੁੱਲੇ ਨਾਲ ਪੱਕੀ ਸੀ, ਗਵਾਹੀ ਦਿੰਦੀਆਂ ਸੀ ਛਾਵਾਂ ਪਿੱਪਲ ਦੀਆਂ। 47 ਚੇਤੇ ਕਰਕੇ ਯਾਰੋ ਅੱਜ ਵੀ ਭੁੱਬਾਂ ਨਿਕਲਦੀਆਂ, 47 ਚੇਤੇ ਕਰਕੇ ਯਾਰੋ ਅੱਜ ਵੀ ਭੁੱਬਾਂ ਨਿਕਲਦੀਆਂ। ਵਕਤ ਕਦੇ ਰੁਕਦਾ ਨਹੀਂ ਜੋ ਤੇਜ਼ੀ ਨਾਲ ਲੰਘਦਾ ਜਾ ਰਿਹਾ ਸੀ, ਸੋ ਹਿੰਮਤ ਹੌਸਲੇ ਤੇ ਮਿਹਨਤ ਦੇ ਸਿਰ ਤੇ ਇਹ ਮਿਹਨਤੀ ਲੋਕ ਦੁਬਾਰਾ ਫੇਰ ਕਾਮਯਾਬ ਹੋਣੇ ਸ਼ੁਰੂ ਹੋ ਗਏ ਸਨ। ਇਹਨਾਂ ਦੇ ਬੱਚੇ ਚੰਗਾ ਪੜ੍ਹ ਲਿਖ ਗਏ, ਨੌਕਰੀ ਲੱਗ ਗਏ। ਅੱਜ ਇਹਨਾਂ ਦੀ ਕਾਮਯਾਬੀ ਤੁਹਾਡੇ ਸਾਹਮਣੇ ਹੈ ਤੇ ਇਹਨਾਂ ਦੀਆਂ ਪਾਈਆਂ ਨਵੀਆਂ ਕੋਠੀਆਂ ਵੇਖਣ ਵਾਲੀਆਂ ਹਨ। ਸਾਡਾ ਛੱਡਦੀ ਕਿਹੜਾ ਯਾਦ ਸਨੌਰ ਦੀ ਪੁਰਾਣੀ, ਸਾਡਾ ਛੱਡਦੀ ਕਿਹੜਾ ਯਾਦ ਸਨੌਰ ਦੀ ਪੁਰਾਣੀ। ਜੀਵਾਂ ਯਾਦਾਂ ਦੇ ਸਹਾਰੇ ਮੁਲਕ ਬੇਗਾਨੇ, ਦੇਖੇ ਠੋਕਰਾਂ ਮੈਂ ਖਾਂਦੇ ਜਿਹੜੇ ਬੜੇ ਸੀ ਸਿਆਣੇ। ਜੀਵਾਂ ਯਾਦਾਂ ਦੇ ਸਹਾਰੇ ਬਹਿ ਕੇ ਮੁਲਕ ਬੇਗਾਨੇ, ਦੇਖੇ ਠੋਕਰਾਂ ਮੈਂ ਖਾਂਦੇ ਜਿਹੜੇ ਬੜੇ ਸੀ ਸਿਆਣੇ।
ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ ਸਾਡਾ ਛੱਡਦੀ ਨੀ ਕਿਹੜਾ ਯਾਦ ਸਨੌਰ ਦੀ ਪੁਰਾਣੀ ਇੱਕ ਸਨੌਰੀ ਸੌ ਲਾਹੌਰੀ ਇੱਕ ਸਨੌਰੀ ਸੌ ਲਾਹੌਰੀ ਹਾਂ ਇੱਕ ਸਨੌਰੀ ਸੌ ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ ਨੇ ਇੱਕ ਸਨੌਰੀ ਸੌ ਲਾਹੌਰੀ ਉਹ ਲੋਕੀ ਸਾਨੂੰ ਕਹਿੰਦੇ